ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਲੋਹੇ ਦੇ ਪਿੰਜਰੇ ਵਿੱਚ ਬੈਠੇ ਸਨ। ਗੁਰੂ ਜੀ ਦਾ ਮੁਖ ਪ੍ਰਸੰਨ ਸੀ ਅਤੇ ਇੱਕ ਰਸ ਸ਼ੋਭਾ ਪਾ ਰਹੇ ਸਨ। ਖੁਸ਼ੀ ਗਮੀ ਕਰਕੇ ਉਹ ਕਦੇ ਵੀ ਡੋਲਦੇ ਨਹੀਂ ਸਨ। ਕਈ ਦਿਨ ਇਸ ਭਾਂਤ ਬਤੀਤ ਕੀਤੇ। ਤਦ ਚੌਗਤਾ ਨੌਰੰਗਾ ਬਹੁਤ ਗੁੱਸੇ ਵਿੱਚ ਆ ਗਿਆ। ਮੇਰਾ ਮਨੋਰਥ ਪੂਰਾ ਨਹੀਂ ਹੋਇਆ। ਮੈਂ ਸਾਰੇ ਜੱਗ ਨੂੰ ਸ਼ਹਿਰਾਂ ਵਿੱਚ ਆਉਂਦਾ ਨਹੀਂ ਵੇਖਿਆ ਹੈ। ਸਾਰੇ ਹਿੰਦੂਆਂ ਦੇ ਗੁਰੂ ਜੀ ਇਸ ਦਾ ਮੁੱਖ ਦੁਆਰ ਹਨ, ਉਹ ਵੀ ਅੜ ਗਏ ਹਨ ਤੇ ਆਗਿਆ ਅਨੁਸਾਰ ਨਹੀਂ ਹੋਏ ਹਨ। ਇਸ ਤਰ੍ਹਾਂ ਚਿੱਤ ਵਿੱਚ ਨੌਰੰਗਾ ਵਿਚਾਰ ਕਰ ਰਿਹਾ ਸੀ ਕਿ ਲੋਹੇ ਦੇ ਪਿੰਜਰੇ ਵਿੱਚ ਪੈ ਕੇ ਅਤੀ ਦੁੱਖ ਪਾਇਆ ਹੋਵੇਗਾ। ਹੁਣ ਮੁਲਾਣੇ ਭੇਜ ਕੇ ਪੁੱਛਾਂਗਾ, ਸ਼ਰ੍ਹਾ ਮੰਨਣਗੇ ਤਾਂ ਦੀਨ ਵਿੱਚ ਲਿਆਵਾਂਗਾ, ਨਹੀਂ ਤਾਂ ਕਰਾਮਾਤ ਵਿਖਾਉਣ ਜਿਸ ਦੀ ਸ਼ਕਤੀ ਕਰਕੇ ਜਗਤ ਦੇ ਗੁਰੂ ਕਹਾਉਂਦੇ ਹਨ। ਦੋਵਾਂ ਵਿੱਚੋਂ ਜਦ ਇੱਕ ਗੱਲ ਮੰਨ ਲੈਣਗੇ, ਉਹਨਾਂ ਦੀ ਮੈਂ ਤਦ ਹੀ ਖਲਾਸੀ ਕਰਾਂਗਾ, ਨਹੀਂ ਤਾਂ ਮੈਂ ਉਹਨਾਂ ਨੂੰ ਕਤਲ ਕਰਵਾ ਦਿਆਂਗਾ, ਜਿਸ ਕਰਕੇ ਸਾਰੇ ਮਨੁੱਖ ਡਰ ਜਾਣਗੇ। ਨੌਰੰਗਾ ਦਿਲ ਵਿੱਚ ਐਸੀਆਂ ਦਲੀਲਾਂ ਕਰਦਾ ਹੈ ਜਿਨ੍ਹਾਂ ਨਾਲ ਉਸ ਦਾ ਸਾਰਾ ਤੇਜ ਖਤਮ ਹੋ ਜਾਣਾ ਹੈ। ਇੱਕ ਮੁਲਾਣੇ ਅਤੇ ਇੱਕ ਉਮਰਾਵ ਨੂੰ ਸਮਝਦਾਰ ਸਮਝ ਕੇ ਆਪਣੇ ਪਾਸ ਬੁਲਾਇਆ। ਉਹਨਾਂ ਨੂੰ ਕਿਹਾ, ਹਿੰਦੂਆਂ ਦੇ ਗੁਰੂ ਜੀ ਕੈਦਖਾਨੇ ਵਿੱਚ ਹਨ। ਹੁਣ ਤੱਕ ਜੋ ਵੀ ਮੈਂ ਕਿਹਾ ਹੈ ਉਹਨਾਂ ਨੇ ਮੰਨਿਆ ਨਹੀਂ ਹੈ। ਉਹਨਾਂ ਨੂੰ ਹੁਣ ਜਾ ਕੇ ਸਮਝਾਓ, ਬਹੁਤ ਸਜ਼ਾ ਦਿਆਂਗੇ, ਜਿਸ ਕਰਕੇ ਨੌਰੰਗੇ ਦੇ ਹੁਕਮ ਨੂੰ ਮੰਨ ਲਓ। ਉਹਨਾਂ ਨੂੰ ਕਈ ਪ੍ਰਕਾਰ ਦਾ ਡਰ ਵਿਖਾਓ, ਜਿਸ ਕਰਕੇ ਉਹ ਸ਼ਰ੍ਹਾ ਵਿੱਚ ਆ ਜਾਣ। ਲੋਭ ਦੀ ਵੀ ਵੱਡੀ ਗੱਲ ਕਰੋ, ਮੇਰੀ ਪੁੱਤਰੀ ਨਾਲ ਨਿਕਾਹ ਕਰ ਲੈਣ। ਰਾਜ ਸਮਾਜ ਬਹੁਤ ਲੈਣਗੇ, ਦਿਲ ਵਿੱਚ ਪ੍ਰਸੰਨ ਹੋ ਕੇ ਜੇ ਦੀਨ ਵਿੱਚ ਆ ਜਾਣਗੇ। ਜਿੰਨੇ ਵੀ ਉਪਾਅ ਕਰ ਰਹੇ ਹਨ, ਪੁੱਤਰੀ ਆਦਿ ਦੇ ਕੇ ਸ਼ਰ੍ਹਾ ਮਨਵਾ ਲਓ। ਜਦ ਜਿਵੇਂ ਕਿਵੇਂ ਕਿਸੇ ਨੂੰ ਦੀਨ ਵਿੱਚ ਲਿਆਈਏ ਤਾਂ ਇਸ ਨਾਲ ਮਹਾਂਪੁੰਨ ਪ੍ਰਾਪਤ ਹੁੰਦਾ ਹੈ। ਮੈਂ ਆਪਣੇ ਦੀਨ ਨੂੰ ਸਦਾ ਉੱਚਾ ਕਰਦਾ ਰਿਹਾ ਹਾਂ। ਦੁਨੀਆ ਵਿੱਚ ਕੋਈ ਮਨੁੱਖ ਮੇਰੇ ਵਰਗਾ ਨਾ ਹੋਇਆ ਹੈ ਅਤੇ ਨਾ ਹੀ ਹੋਵੇਗਾ। ਉਸ ਤਰ੍ਹਾਂ ਹਿੰਦੂਆਂ ਵਿੱਚ ਗੁਰੂ ਵਰਗਾ ਜਹਾਨ ਵਿੱਚ ਵੇਖਣ 'ਤੇ ਵੀ ਹੋਰ ਕੋਈ ਨਹੀਂ ਹੁੰਦਾ ਹੈ। ਜਦ ਇਹ ਇੱਕ ਵਾਰ ਕਲਮਾ ਪੜ੍ਹ ਲੈਣਗੇ ਤਾਂ ਸਾਰੇ ਸਿੱਖ ਇਹਨਾਂ ਦੀ ਗੱਲ ਮੰਨ ਲੈਣਗੇ। ਲੱਖਾਂ ਲੋਕ ਸ਼ਰ੍ਹਾ ਵਿੱਚ ਚੱਲ ਪੈਣਗੇ। ਵੇਖ ਵੇਖ ਕੇ ਫਿਰ ਅੜਨਗੇ ਨਹੀਂ। ਦੀਨ ਮਜ਼ਹਬ ਦੇ ਮੁਖੀ ਅਸੀਂ ਦੋਵੇਂ ਹੋਵਾਂਗੇ। ਇਹ ਪਤਾ ਲੱਗ ਜਾਏਗਾ ਕਿ ਹੁਣ ਕਿਹੜੀ ਵਿਧੀ ਹੋਣੀ ਹੈ। ਇਸ ਵਿਧੀ ਕਰਨ ਨਾਲ ਜੇ ਨਹੀਂ ਮੰਨਦੇ ਤਾਂ ਕਰਾਮਾਤ ਕਰਕੇ ਵਿਖਾਉਣ। ਇਸ ਤਰ੍ਹਾਂ ਉਹਨਾਂ ਨੂੰ ਜਾ ਕੇ ਕਹੋ। ਦੋਵੇਂ ਮੁਲਾਣਾ ਅਤੇ ਉਮਰਾਵ ਨੌਰੰਗੇ ਪਾਸ ਸੁਣ ਕੇ ਗੁਰੂ ਜੀ ਦੇ ਪਾਸ ਪਹੁੰਚੇ ਤੇ ਉਹਨਾਂ ਵੱਲ ਵੇਖਣ ਲੱਗੇ। ਗੁਰੂ ਜੀ ਪ੍ਰਸੰਨ ਚਿੱਤ ਦਲੇਰੀ ਸਹਿਤ ਬੈਠੇ ਸਨ। ਕੈਦ ਵਿੱਚ ਉਹਨਾਂ ਨੇ ਕਿਸੇ ਦੁੱਖ ਨੂੰ ਵੀ ਨਾ ਪਹਿਚਾਣਿਆ। ਉੱਥੇ ਜਾ ਕੇ ਖੜੇ ਹੋ ਗਏ ਤੇ ਵੇਖ ਕੇ ਬਹੁਤ ਹੈਰਾਨ ਹੋਏ ਤੇ ਗੁਰੂ ਜੀ ਨੂੰ ਕਿਹਾ, ਬਾਦਸ਼ਾਹ ਨੇ ਕਹਿ ਕੇ ਤੁਹਾਡੇ ਪਾਸ ਭੇਜਿਆ ਹੈ। ਉਹ ਕਹਿੰਦੇ ਹਨ ਕਿ ਤੁਸੀਂ ਲੰਮੇ ਸਮੇਂ ਤੋਂ ਬਹੁਤ ਦੁੱਖ ਪਾ ਰਹੇ ਹੋ ਤੇ ਹਿਰਦੇ ਵਿੱਚ ਇੰਨਾ ਵੱਡਾ ਹੱਟ ਕਿਉਂ ਧਾਰਿਆ ਹੈ? ਕਿਉਂ ਅਨੇਕਾਂ ਪ੍ਰਕਾਰ ਦੇ ਐਸ਼ ਨਹੀਂ ਭੋਗਦੇ ਹੋ? ਤੁਸੀਂ ਬਾਦਸ਼ਾਹ ਦਾ ਆਸਰਾ ਕਿਉਂ ਨਹੀਂ ਫੜਦੇ ਹੋ? ਲੱਖਾਂ ਲੋਕ ਸ਼ਰ੍ਹਾ ਵਿੱਚ ਆਉਣਗੇ, ਉਹਨਾਂ ਸਾਰਿਆਂ ਦੀ ਬਾਦਸ਼ਾਹ ਵਡਿਆਈ ਕਰੇਗਾ। ਤੁਹਾਨੂੰ ਸਭ ਦਾ ਸ਼੍ਰੋਮਣੀ ਬਣਾ ਦੇਣਗੇ। ਜਿਹੜੀ ਗੱਲ ਬਾਦਸ਼ਾਹ ਇੱਕ ਵਾਰ ਕਹਿੰਦਾ ਹੈ ਉਸ ਤੋਂ ਫਿਰ ਕਦੇ ਮੁੱਕਰਦਾ ਨਹੀਂ ਹੈ। ਜਿਸ ਨੇ ਪੁੱਤਰੀ ਆਦਿ ਦੇਣੀ ਮੰਨ ਲਈ ਹੈ, ਫਿਰ ਹੋਰ ਦੇਣ ਦੀ ਕੀ ਕਹਾਣੀ ਬਾਕੀ ਹੈ? ਆਪਣਾ ਭਲਾ ਕਿਉਂ ਨਹੀਂ ਵਿਚਾਰਦੇ ਹੋ? ਇੱਥੇ ਐਸ਼ ਲਵੋਗੇ ਤੇ ਬਹਿਸ਼ਤਾਂ ਵਿੱਚ ਜਾਓਗੇ। ਜੋ ਅਕਲਮੰਦ ਹਨ ਉਹ ਛੱਡਦੇ ਨਹੀਂ, ਬਾਦਸ਼ਾਹ ਦੇ ਕਹੇ ਨੂੰ ਸਿਰ ਤੇ ਧਾਰਨ ਕਰਦੇ ਹਨ। ਨਹੀਂ ਤਾਂ ਬਾਦਸ਼ਾਹ ਗੁੱਸੇ ਵਿੱਚ ਆ ਜਾਏਗਾ। ਤੁਹਾਨੂੰ ਮਰਵਾ ਦੇਣ ਵਿੱਚ ਕੋਈ ਦੋਸ਼ ਨਹੀਂ ਜਾਣੇਗਾ। ਤਿੰਨਾਂ ਗੱਲਾਂ ਦਾ ਨਿਰਣਾ ਕਰ ਲਓ। ਜਿਹੜੀ ਭਲੀ ਸਮਝੋ ਉਹ ਧਾਰਨ ਕਰੋ। ਕਲਮੇ ਨੂੰ ਮੁੱਖ ਨਾਲ ਪੜ੍ਹ ਕੇ ਸ਼ਰ੍ਹਾ ਵਿੱਚ ਚਲੋ। ਬਾਦਸ਼ਾਹ ਬਹੁਤ ਕੁਝ ਦੇਵੇਗਾ। ਸਭ ਵਿਧੀਆਂ ਨਾਲ ਸੁੱਖ ਭੋਗੋਗੇ। ਜੇ ਹੱਠ ਕਰੋਗੇ ਤੇ ਇਹ ਗੱਲ ਨਹੀਂ ਮੰਨੋਗੇ ਤਾਂ ਕਾਮਲ ਕਰਾਮਾਤ ਵਿਖਾਓ। ਜਿਵੇਂ ਬਾਦਸ਼ਾਹ ਤੋਂ ਹੱਥੋਂ ਕਰਵਾਏ ਉਸ ਤਰ੍ਹਾਂ ਹੀ ਕਰ ਦਿਓ। ਬਾਦਸ਼ਾਹ ਵੇਖ ਕੇ ਪ੍ਰਸੰਨ ਹੋ ਜਾਏਗਾ। ਸ਼੍ਰੀ ਰਾਮ ਰਾਏ ਜਿਵੇਂ ਤੁਹਾਡਾ ਪੋਤਾ ਸੀ, ਸਦਾ ਹੀ ਬਾਦਸ਼ਾਹ ਦੀ ਆਗਿਆ ਅਨੁਸਾਰ ਰਹਿੰਦਾ ਸੀ। ਸੈਂਕੜੇ ਵਾਰ ਉਹਨਾਂ ਨੇ ਕਰਾਮਾਤ ਵਿਖਾਈ। ਜਿਵੇਂ ਬਾਦਸ਼ਾਹ ਕਹਿੰਦਾ ਸੀ ਉਸ ਤਰ੍ਹਾਂ ਹੀ ਉਹ ਕਰਾਮਾਤ ਕਰਦੇ ਸਨ। ਉਹਨਾਂ ਪਾਸੋਂ ਸੁਣ ਕੇ ਸ਼੍ਰੀ ਗੁਰੂ ਤੇਗ ਬਹਾਦਰ ਜੀ, ਜਿਹੜੇ ਧਰਮ ਨਿਭਾਉਣ ਵਿੱਚ ਬੜੇ ਬਹਾਦਰ ਹਨ, ਬੋਲੇ,
ਸਾਡਾ ਹਿੰਦੂ ਧਰਮ ਸਾਨੂੰ ਅਤੀ ਪਿਆਰਾ ਹੈ, ਇਸ ਦਾ ਕਿਵੇਂ ਨਾਸ਼ ਕਰੀਏ? ਇਹ ਲੋਕ ਪਰਲੋਕ ਵਿੱਚ ਸੁੱਖਾਂ ਦਾ ਦਾਤਾ ਹੈ, ਕੋਈ ਹੋਰ ਧਰਮ ਇਸ ਦੀ ਬਰਾਬਰੀ ਨਹੀਂ ਕਰ ਸਕਦਾ ਹੈ। ਮਲੀਨ ਮਤ ਵਾਲੇ ਜੋ ਮੂਰਖਮਤੀ ਹਨ, ਉਹੀ ਇਸ ਮਤ ਨੂੰ ਤਿਆਗਦੇ ਹਨ। ਸਾਧ ਸੰਗਤ ਜੀ, ਉਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਸਿੱਖਾਂ ਨੂੰ ਨਹੀਂ ਛਕਾਇਆ ਸੀ। ਇਸ ਲਈ ਗੁਰੂ ਜੀ ਉਸ ਵਕਤ ਲਫ਼ਜ਼ ਹਿੰਦੂ ਹੀ ਵਰਤਦੇ ਸਨ। ਆਪਾਂ ਸਭ ਜਾਣਦੇ ਹਾਂ ਕਿ ਆਪਾਂ ਸਿੱਖ ਹਾਂ, ਪਰ ਉਸ ਵਕਤ ਸਿੱਖ ਪੰਥ ਦੀ ਸ਼ੁਰੂਆਤ ਗੁਰੂ ਨਾਨਕ ਦੇਵ ਜੀ ਤੋਂ ਹੋ ਚੁੱਕੀ ਸੀ, ਪਰ ਉਸ ਨੂੰ ਅਸਲੀ ਜਾਮਾ 10ਵੇਂ ਪਾਤਸ਼ਾਹ ਨੇ ਪਹਿਨਾਇਆ। ਸੋ ਇਹ ਲੋਕ ਪਰਲੋਕ ਵਿੱਚ ਸੁੱਖਾਂ ਦਾ ਦਾਤਾ ਹੈ, ਕੋਈ ਹੋਰ ਧਰਮ ਇਸ ਦੀ ਬਰਾਬਰੀ ਨਹੀਂ ਕਰ ਸਕਦਾ ਹੈ। ਮਲੀਨ ਮਤ ਵਾਲੇ ਜੋ ਮੂਰਖਮਤੀ ਹਨ, ਉਹੀ ਇਸ ਮਤ ਨੂੰ ਤਿਆਗਦੇ ਹਨ। ਉਹ ਦੀਨ ਦੁਨੀ ਵਿੱਚ ਦੁੱਖ ਪਾਉਂਦੇ ਹਨ ਤੇ ਜੰਮ ਉਸ ਨੂੰ ਸਜ਼ਾ ਦਿੰਦਾ ਨਹੀਂ ਰੱਜਦਾ। ਅਸੀਂ ਸ੍ਰੇਸ਼ਟ ਮਤ ਵਾਲੇ ਹਾਂ, ਦੱਸੋ ਕਿਉਂ ਆਪਣਾ ਧਰਮ ਤਿਆਗੀਏ? ਅਸੀਂ ਆਪਣੇ ਧਰਮ ਨੂੰ ਬੜੇ ਪ੍ਰੇਮ ਨਾਲ ਰੱਖਣਾ ਚਾਹੁੰਦੇ ਹਾਂ। ਕਰਾਮਾਤ ਕਹਿਰ ਕਰਨ ਦੇ ਬਰਾਬਰ ਹੈ। ਜਿਹੜਾ ਤੁਹਾਡਾ ਬਾਦਸ਼ਾਹ ਕਰਾਮਾਤ ਵਿਖਾਉਣ ਨੂੰ ਕਹਿੰਦਾ ਹੈ, ਪ੍ਰਭੂ ਦੇ ਜਿਹੜੇ ਲੋਕ ਹਨ ਉਹ ਕਰਾਮਾਤਾਂ ਨਹੀਂ ਕਰਦੇ ਹਨ। ਜਿਵੇਂ ਬਾਜ਼ੀਗਰ ਮਨੁੱਖਾਂ ਨੂੰ ਪ੍ਰਸੰਨ ਕਰਦਾ ਹੈ, ਕੁਝ ਤੋਂ ਕੁਝ ਕਰਕੇ ਤੁਰੰਤ ਵਿਖਾਉਂਦਾ ਹੈ, ਇਹ ਗੱਲ ਸਾਨੂੰ ਕਦੀ ਵੀ ਚੰਗੀ ਨਹੀਂ ਲੱਗੀ ਹੈ। ਜਦ ਸਾਡੇ ਦਿਲ ਦੀ ਕਾਮਨਾ ਹੀ ਨਹੀਂ ਹੈ ਤਾਂ ਕਰਾਮਾਤ ਕਿਵੇਂ ਹੋਵੇਗੀ? ਜਿਵੇਂ ਪ੍ਰਭੂ ਦੇ ਲੋਕ ਅਤੇ ਸਾਰੇ ਸੰਤ ਸਮੂਹ ਹਨ, ਅਸੀਂ ਫਿਰ ਉਹਨਾਂ ਵਿੱਚ ਕਿਵੇਂ ਬੈਠਾਂਗੇ? ਸ਼ਰਮਸਾਰ ਹੋਵਾਂਗੇ। ਅਸੀਂ ਇਹ ਦੋਵੇਂ ਅੰਗੀਕਾਰ ਨਹੀਂ ਕਰਦੇ ਹਾਂ। ਪੂਰਾ ਨਿਰਣਾ ਕਰਕੇ ਤੁਹਾਡੇ ਪਾਸ ਕਹਿੰਦੇ ਹਾਂ। ਕਰੋੜਾਂ ਯਤਨ ਕਰਨ ਤੇ ਵੀ ਕਿਸੇ ਦੇ ਕਹੇ ਤੇ ਫਿਰਾਂਗੇ ਨਹੀਂ, ਭਾਵੇਂ ਕਰੋੜ ਵਾਰ ਪਾਸ ਹੋ ਕੇ ਕਹੋ। ਤੀਸਰੀ ਪ੍ਰਾਣਹਾਨ ਕਰਨ ਦੀ ਗੱਲ ਹੈ, ਉਹ ਅਸੀਂ ਆਪਣੇ ਸਰੀਰ ਤੇ ਬਰਦਾਸ਼ਤ ਕਰਾਂਗੇ। ਹਿੰਦੂ ਧਰਮ ਨੂੰ ਜਗਤ ਵਿੱਚ ਜਿਉਂਦਾ ਰੱਖਾਂਗੇ। ਤੁਹਾਡੇ ਯਤਨ ਕਰਨ ਨਾਲ ਇਹ ਨਾਸ਼ ਨਹੀਂ ਹੋਵੇਗਾ। ਗੁਰੂ ਜੀ ਨੇ ਅਟਲ, ਸਖਤ, ਸੰਦੇਹ ਰਹਿਤ ਬਚਨ ਨਿਰਧਾਰਨ ਕਰਕੇ ਕਹੇ। ਗੁਰੂ ਜੀ ਪਾਸੋਂ ਇਸ ਤਰ੍ਹਾਂ ਸੁਣ ਕੇ ਦੁਸ਼ਟ ਗਵਾਰ ਉਮਰਾਵ ਗੁੱਸੇ ਵਿੱਚ ਆ ਗਿਆ। ਉਮਰਾਵ ਫਿਰ ਮਲਾਣੇ ਨੂੰ ਕਹਿਣ ਲੱਗਾ, ਬਾਦਸ਼ਾਹ ਦੇ ਕਹੇ ਨੂੰ ਨਹੀਂ ਮੰਨਦੇ ਹਨ, ਲੋਹੇ ਦੇ ਪਿੰਜਰੇ ਵਿੱਚ ਹੀ ਪਾਇਆ ਹੈ, ਫਿਰ ਵੀ ਮਨ ਵਿੱਚ ਕਿਸੇ ਪ੍ਰਕਾਰ ਦਾ ਇਹਨਾਂ ਨੇ ਡਰ ਨਹੀਂ ਮੰਨਿਆ। ਅਨੇਕ ਪ੍ਰਕਾਰ ਦੀ ਸਜ਼ਾ ਪਾਉਣਗੇ, ਜ਼ਬਰਦਸਤੀ ਕਰਕੇ ਮਨਾ ਲਓ। ਬਹੁਤ ਸਮਝਾਇਆ ਹੈ, ਕਿਸੇ ਤਰ੍ਹਾਂ ਵੀ ਸਮਝਦੇ ਨਹੀਂ ਹਨ। ਇਹਨਾਂ ਦੇ ਪਾਸ ਆਉਣਾ ਜਾਣਾ ਨਿਸਫਲ ਹੈ। ਮੌਲਾਣਾ ਕਹਿਣ ਲੱਗਾ, ਕਿਸੇ ਤਰ੍ਹਾਂ ਵੀ ਇਹ ਛੁੱਟ ਨਹੀਂ ਸਕਦੇ। ਜਾਪਦਾ ਹੈ ਇਹਨਾਂ ਦੇ ਪ੍ਰਾਣਾਂ ਦਾ ਨਾਸ਼ ਹੋ ਜਾਏਗਾ। ਉਧਰ ਬਾਦਸ਼ਾਹ ਦਾ ਹੱਠ ਟਲ ਨਹੀਂ ਸਕਦਾ। ਇਸ ਤਰ੍ਹਾਂ ਇੱਕ ਸਮਾਨ ਹੀ ਦੋਵਾਂ ਨੇ ਹੱਠ ਧਾਰਨ ਕੀਤਾ ਹੈ। ਦੋਵੇਂ ਇਸ ਤਰ੍ਹਾਂ ਕਹਿ ਕੇ ਬਾਦਸ਼ਾਹ ਦੇ ਪਾਸ ਚਲੇ ਗਏ ਤੇ ਉਸ ਦੇ ਪਾਸ ਜਾ ਕੇ ਸਾਰਾ ਪ੍ਰਸੰਗ ਸੁਣਾਇਆ। ਕਿਸੇ ਵੀ ਤਰ੍ਹਾਂ ਕੁਝ ਕਿਹਾ ਨਹੀਂ ਮੰਨਦੇ। ਕੈਦ ਦੇ ਕਸ਼ਟ ਤੋਂ ਕੁਝ ਡਰ ਪ੍ਰਾਪਤ ਨਹੀਂ ਕੀਤਾ। ਆਨੰਦ ਵਰਗਾ ਜਿਨ੍ਹਾਂ ਦਾ ਮੁਖੜਾ ਹੈ, ਉਹਨਾਂ ਨੂੰ ਅਸੀਂ ਬਹੁਤ ਸਮਝਾਉਂਦੇ ਰਹੇ ਹਾਂ। ਇਹ ਸੁਣ ਕੇ ਮੂਰਖ ਨੌਰੰਗਾ ਬੋਲਿਆ, ਜੇ ਧਰਮ ਵਿੱਚ ਇਸ ਤਰ੍ਹਾਂ ਦ੍ਰਿੜ ਰੰਗੇ ਹੋਏ ਹਨ ਜਿਹੜਾ ਉਹਨਾਂ ਨੇ ਤੇਗ ਬਹਾਦਰ ਨਾਮ ਧਰਾਇਆ ਹੈ, ਇਸ ਵਿੱਚ ਕੀ ਅਰਥ ਰੱਖਿਆ ਹੈ? ਹਿੰਦੂਆਂ ਦੇ ਗੁਰੂ ਹੋ ਕੇ ਪੂਜਾ ਯੋਗ ਕਹਾਉਂਦੇ ਹਨ, ਇਸ ਕਰਕੇ ਨਾਮ ਅਰਥ ਰਹਿਤ ਨਹੀਂ ਰਖਵਾ ਸਕਦੇ। ਇਸ ਕਰਕੇ ਅਸੀਂ ਬਹਾਦਰੀ ਕਿਵੇਂ ਜਾਣੀਏ? ਸਾਰਾ ਜਗਤ ਤੇਗ ਬਹਾਦਰ ਕਹਿੰਦਾ ਹੈ। ਇਸ ਬਾਰੇ ਜਾ ਕੇ ਉਹਨਾਂ ਤੋਂ ਆਪਣੇ ਨਾਮ ਦੇ ਅਰਥ ਪੁੱਛੋ, ਨਹੀਂ ਤਾਂ ਹੁਣ ਵੱਡੀ ਸਜ਼ਾ ਪਾਉਣਗੇ। ਬਾਦਸ਼ਾਹ ਵੱਲੋਂ ਭੇਜੇ ਹੋਏ ਦੋਵੇਂ ਫਿਰ ਗੁਰੂ ਜੀ ਦੇ ਪਾਸ ਚੱਲ ਕੇ ਆਏ ਤੇ ਕਹਿਣ ਲੱਗੇ, ਆਪਣੇ ਨਾਮ ਦੇ ਅਰਥ ਦੱਸ ਦਿਓ, ਕਿਸ ਕਾਰਨ ਇਹ ਨਾਮ ਰੱਖਿਆ ਹੈ? ਬਾਦਸ਼ਾਹ ਗੁੱਸੇ ਵਿੱਚ ਆ ਕੇ ਇਸ ਦੇ ਅਰਥ ਪੁੱਛਦਾ ਹੈ। ਇਹ ਸੁਣ ਕੇ ਸਤਿਗੁਰੂ ਜੀ ਧੀਰਜ ਧਾਰ ਕੇ ਬੋਲੇ, ਨਾਮ ਅਤੇ ਰੂਪ ਇਹ ਸਰੀਰ ਦਾ ਧਰਮ ਹੈ। ਇਸ ਵਿੱਚ ਜੋ ਕਾਰਨ ਰੱਖਿਆ ਹੈ ਉਸ ਦਾ ਨਿਰਣਾ ਕਰਕੇ ਕਹਿੰਦੇ ਹਾਂ, ਉਸ ਨੂੰ ਸੁਣੋ। ਹਲੱਬੀ ਆਦਿ ਸ਼ਹਿਰਾਂ ਦੀਆਂ ਜਿਹੜੀਆਂ ਫੌਲਾਦੀ ਤਲਵਾਰਾਂ ਹਨ ਤੇ ਅਨੇਕਾਂ ਜਾਤੀਆਂ ਦੀਆਂ ਜਿਹੜੀਆਂ ਜੁਨਬੀ ਦੀਆਂ ਤਲਵਾਰਾਂ ਹਨ, ਕਿੰਨੀ ਵੀ ਤਿੱਖੀ ਤਲਵਾਰ ਬਣਾਈ ਹੋਵੇ ਅਤੇ ਅਤੀ ਬਰੀਕ ਧਾਰ ਸੁਧਰਾਈ ਹੋਵੇ, ਉਹ ਤੇਜ਼ ਤਲਵਾਰ ਦੇ ਅੱਗੇ ਕਾਗਜ਼ ਧਰ ਕੇ ਅਤੇ ਕੱਚੇ ਧਾਗੇ ਨਾਲ ਕਾਗਜ਼ ਬੰਨ੍ਹ ਕੇ ਵੱਡਾ ਬਲਵਾਨ ਸੂਰਮਾ ਜਿਹੜਾ ਸ਼ਸਤਰ ਵਿੱਦਿਆ ਵਿੱਚ ਮਾਹਰ ਹੋਵੇ, ਸਾਡੇ ਸਰੀਰ ਦੇ ਉੱਤੇ ਜੇ ਵਾਰ ਕਰੇ, ਹੋਰ ਗੱਲ ਕੀ ਕਹੀਏ, ਉਸ ਤਲਵਾਰ ਪਾਸੋਂ ਕਾਗਜ਼ ਵੀ ਕੱਟਿਆ ਨਹੀਂ ਜਾਏਗਾ। ਇਸ ਤਰ੍ਹਾਂ ਸਾਡੇ ਨਾਮ ਵਿੱਚ ਕਰਾਮਾਤ ਹੈ। ਜੇ ਕਹਿਣ ਉੱਤੇ ਤੁਹਾਨੂੰ ਵਿਸ਼ਵਾਸ ਨਹੀਂ ਆਉਂਦਾ ਤਾਂ ਅਜਮਾਇਸ਼ ਕਰਕੇ ਵੇਖ ਲਵੋ ਤੇ ਸਾਡੀ ਕਹੀ ਹੋਈ ਸੱਚੀ ਗੱਲ ਦੀ ਪ੍ਰੀਖਿਆ ਕਰਕੇ ਵੇਖੋ। ਜਦ ਗੁਰੂ ਜੀ ਨੇ ਇਹ ਉੱਤਰ ਦਿੱਤਾ ਤਾਂ ਮੌਲਾਣੇ ਦੌੜ ਕੇ ਬਾਦਸ਼ਾਹ ਦੇ ਪਾਸ ਗਏ। ਉਹ ਕਹਿਣ ਲੱਗੇ,
ਕਰਾਮਾਤ ਪਹਿਲਾਂ ਨਹੀਂ ਮੰਨਦੇ ਸਨ, ਪਰ ਆਪਣੇ ਨਾਮ ਉੱਤੇ ਹੁਣ ਕਰਾਮਾਤ ਕਰਨ ਨੂੰ ਤਿਆਰ ਹਨ। ਕਹਿੰਦੇ ਹਨ, ਅਜ਼ਮਾਇਸ਼ ਕਰਕੇ ਵੇਖ ਲਵੋ, ਤਿੱਖੀ ਤਲਵਾਰ ਕਾਗਜ਼ ਤੱਕ ਨਹੀਂ ਕੱਟ ਸਕੇਗੀ। ਇਹ ਸੁਣ ਕੇ ਨੌਰੰਗੇ ਨੇ ਬੜੀ ਕੀਮਤੀ ਤਲਵਾਰ ਖਜ਼ਾਨਚੀ ਨੂੰ ਕਹਿ ਕੇ ਤੁਰੰਤ ਮੰਗਵਾਈ। ਆਪਣੇ ਹੱਥ ਵਿੱਚ ਲੈ ਕੇ ਤੁਰੰਤ ਤਲਵਾਰ ਨੂੰ ਮਿਆਨ ਵਿੱਚੋਂ ਬਾਹਰ ਕੱਢਿਆ ਤੇ ਬਹੁਤ ਤੇਜ਼ ਧਾਰ ਨੂੰ ਵੇਖਿਆ। ਫਿਰ ਆਪਣੇ ਪਾਸ ਕਾਗਜ਼ ਲੈ ਕੇ ਤੇ ਉਸ ਨੂੰ ਧਾਗੇ ਨਾਲ ਬੰਨ੍ਹ ਕੇ ਇੱਕ ਜਵਾਨ ਸੈਯਦ ਨੂੰ ਆਪਣੇ ਪਾਸ ਵੇਖਿਆ, ਜਿਸ ਦੀਆਂ ਲੰਮੀਆਂ ਬਾਹਾਂ ਸਨ ਤੇ ਬਹੁਤ ਬਲਵਾਨ ਸੀ। ਕਈ ਮੁਲਾਣੇ ਅਤੇ ਉਮਰਾਵ ਆਪਣੇ ਪਾਸ ਬੁਲਾਏ। ਵੇਖਣ ਦਾ ਬੜਾ ਚਾਅ ਸੀ। ਜਿਸ ਕਿਸ ਨੇ ਆਪਣੇ ਕੰਨਾਂ ਨਾਲ ਸੁਣਿਆ, ਉਹ ਵੇਖਣ ਵਾਸਤੇ ਉਸ ਥਾਂ ਚੱਲ ਕੇ ਆ ਗਏ। ਉਧਰ ਨੌਰੰਗਾ ਇਸ ਤਰ੍ਹਾਂ ਕਰ ਰਿਹਾ ਸੀ। ਇੱਧਰ ਸਤਿਗੁਰੂ ਜੀ ਦੇ ਪਾਸ ਸਿੱਖ ਪਹੁੰਚਿਆ। ਉਹ ਪਹਿਲਾਂ ਦਰੋਗੇ ਪਾਸ ਪੁੱਜਾ ਤੇ ਉਸਨੇ ਗੁਰੂ ਜੀ ਨੂੰ ਮਿਲਣ ਵਾਸਤੇ ਪੁੱਛਿਆ। ਦਿਲ ਵਿੱਚ ਤੁਰਕਾਂ ਦਾ ਡਰ ਧਾਰ ਕੇ ਦਰੋਗਾ ਉਸ ਸਿੱਖ ਨੂੰ ਆਪਣੇ ਨਾਲ ਲੈ ਕੇ ਗੁਰੂ ਜੀ ਦੇ ਪਾਸ ਪੁੱਜਾ। ਉਸਨੇ ਬੰਦਨਾ ਕਰਕੇ ਸਾਰੇ ਸੰਦੇਸ਼ ਕਹੇ। ਖਬਰ ਲੈਣ ਵਾਸਤੇ ਮੈਂ ਵਿਸ਼ੇਸ਼ ਤੌਰ 'ਤੇ ਬਹੁਤ ਛੇਤੀ ਆਇਆ ਹਾਂ। ਤਦ ਸਤਿਗੁਰੂ ਜੀ ਨੇ ਉਸ ਨੂੰ ਸਭ ਵਿਧੀਆਂ ਨਾਲ ਸਮਝਾਇਆ। ਉਹਨਾਂ ਦਾ ਅੰਤ ਸਮਾਂ ਹੁਣ ਆ ਪੁੱਜਾ ਹੈ, ਇਸ ਲਈ ਕੈਦਖਾਨੇ ਦੇ ਨੇੜੇ ਖੜੇ ਰਹੋ। ਮੇਰਾ ਸੀਸ ਤੇਰੀ ਝੋਲੀ ਵਿੱਚ ਆ ਡਿੱਗੇਗਾ। ਕਿਸੇ ਡਰ ਅਤੇ ਦੇਰੀ ਤੋਂ ਬਗੈਰ ਫਿਰ ਚਲੇ ਜਾਣਾ ਅਤੇ ਸ਼੍ਰੀ ਅਨੰਦਪੁਰ ਸਾਹਿਬ ਪਹੁੰਚ ਕੇ ਉਸ ਸੀਸ ਦਾ ਸੰਸਕਾਰ ਕਰ ਦੇਣਾ। ਤੂੰ ਯੋਗ ਅਤੇ ਭਲੇ ਸਮੇਂ ਇੱਥੇ ਆ ਪਹੁੰਚਿਆ ਹੈ। ਸਾਡਾ ਸੀਸ ਲੈ ਕੇ ਉੱਥੇ ਪਹੁੰਚਾ ਦੇਣਾ। ਇਹ ਸੁਣ ਕੇ ਦਰੋਗੇ ਅਤੇ ਸਿੱਖ ਦੋਵਾਂ ਦੇ ਨੈਣਾਂ ਵਿੱਚੋਂ ਰੋਣ ਨਾਲ ਜਲ ਵਹਿ ਤੁਰਿਆ। ਗੁਰੂ ਜੀ ਨੇ ਸਮਝਾਇਆ, ਧੀਰਜ ਰੱਖੋ, ਪ੍ਰਭੂ ਦਾ ਸਿਮਰਨ ਕਰੋ। ਸੇਵਾ ਵਾਸਤੇ ਗੁਰੂ ਜੀ ਦੇ ਸਭ ਤੋਂ ਨੇੜੇ ਭਾਈ ਗੁਰਦਿੱਤਾ ਜੀ ਸਨ। ਉਹਨਾਂ ਨੂੰ ਬਹੁਤ ਪ੍ਰਕਾਰ ਧੀਰਜ ਦਿੱਤਾ ਅਤੇ ਕਿਹਾ, ਆਪਣੇ ਜਾਣ ਤੋਂ ਬਾਅਦ ਅਸੀਂ ਤੈਨੂੰ ਖੁੱਲ੍ਹੀ ਛੁੱਟੀ ਦਿੰਦੇ ਹਾਂ। ਉਸ ਤਰ੍ਹਾਂ ਹੀ ਕਰੋ ਜਿਵੇਂ ਤੇਰੇ ਦਿਲ ਵਿੱਚ ਹੋਵੇ। ਭਾਈ ਗੁਰਦਿੱਤਾ ਫਿਰ ਹੱਥ ਜੋੜ ਕੇ ਬੋਲਿਆ, ਇੱਧਰ ਉੱਧਰ ਆਪ ਜੀ ਦੇ ਪਾਸ ਰਹਾਂਗਾ, ਬਾਅਦ ਵਿੱਚ ਮੈਂ ਜਿਉਂਦਾ ਨਹੀਂ ਰਹਾਂਗਾ, ਤੁਰੰਤ ਆਪਣੇ ਪ੍ਰਾਣ ਛੱਡ ਜਾਵਾਂਗਾ। ਇਹ ਸੁਣ ਕੇ ਸਤਿਗੁਰੂ ਜੀ ਨੇ ਬਚਨ ਕੀਤਾ, ਇਸ ਨਗਰ ਤੋਂ 5 ਕੋਹ ਦੂਰ ਤੁਹਾਡਾ ਇੱਕ ਸਥਾਨ ਹੈ। ਉੱਥੇ ਬਾਬਾ ਬੁੱਢਾ ਜੀ ਇੱਕ ਵਾਰ ਰਹੇ ਸਨ। ਜਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਵਿੱਚ ਸਨ, ਤਦ ਉਹ ਸਾਰੇ ਘੋੜੇ ਲੈ ਕੇ ਉੱਥੇ ਠਹਿਰੇ ਸਨ ਤੇ ਘੋੜਿਆਂ ਨੂੰ ਘਾਹ ਚਾਰਦੇ ਸਨ। ਉੱਥੇ ਜਾ ਕੇ ਆਪਣੇ ਪ੍ਰਾਣ ਛੱਡ ਦੇਣਾ ਤੇ ਸਾਡੇ ਨਾਲ ਗੁਰੂਪੁਰੀ ਚਲੇ ਚੱਲੋ। ਇਸ ਤਰ੍ਹਾਂ ਕਹਿ ਕੇ ਸਭ ਨੂੰ ਹਟਾ ਦਿੱਤਾ। ਦਰੋਗਾ ਤੇ ਉਹ ਸਿੱਖ ਬਹੁਤ ਹੈਰਾਨ ਹੋਏ। ਇੰਨੇ ਵਿੱਚ ਸਾਰੇ ਮੁਲਾਣੇ ਚੱਲ ਕੇ ਆ ਗਏ। ਨੀਚ ਬਾਦਸ਼ਾਹ ਨੇ ਜਿਨ੍ਹਾਂ ਨੂੰ ਤਲਵਾਰ ਦੇ ਕੇ ਭੇਜਿਆ ਸੀ, ਸਤਿਗੁਰੂ ਜੀ ਨੂੰ ਵੇਖ ਕੇ ਉਹਨਾਂ ਨੇ ਕਿਹਾ, ਜਿਸ ਤਰ੍ਹਾਂ ਤੁਸੀਂ ਕਿਹਾ ਹੈ, ਬਾਦਸ਼ਾਹ ਨੇ ਕੰਨਾਂ ਨਾਲ ਸੁਣਿਆ ਹੈ। ਤੁਹਾਡੇ ਕਰਾਮਾਤੀ ਨਾਮ ਨੂੰ ਪਰਖਣ ਵਾਸਤੇ ਬਹੁਤ ਮਨੁੱਖਾਂ ਨੂੰ ਭੇਜਿਆ ਹੈ। ਕਿਉਂ ਖਾਮ-ਖਾ ਆਪਣੇ ਪ੍ਰਾਣਾਂ ਦਾ ਨਾਸ਼ ਕਰਵਾਉਂਦੇ ਹੋ? ਸ਼ਰਾਂ ਨੂੰ ਮੰਨ ਲਓ ਤੇ ਆਪਣੇ ਜੀਵਨ ਵਿੱਚ ਆਨੰਦ ਵਿਲਾਸ ਕਰੋ। ਗੁਰੂ ਜੀ ਨੇ ਕਿਹਾ, ਇਹ ਜਿਹੜੀ ਤੁਹਾਡੀ ਤਲਵਾਰ ਹੈ, ਇਹ ਕਾਗਜ਼ ਵਿੱਚ ਵੀ ਛੇਕ ਨਹੀਂ ਕਰ ਸਕਦੀ ਹੈ। ਸਾਡਾ ਕਿਹਾ ਸੱਚਾ ਹੀ ਜਾਣੋ, ਨਹੀਂ ਭਰੋਸਾ ਆਉਂਦਾ ਤਾਂ ਪਰਖ ਲਓ। ਤਦ ਫਿਰ ਲੋਹੇ ਦੇ ਪਿੰਜਰੇ ਦਾ ਦਰਵਾਜ਼ਾ ਖੋਲ੍ਹਿਆ। ਫਿਰ ਅਪਰੋਖ ਗਿਆਨ ਦੇਣ ਵਿੱਚ ਉਦਾਰ ਸਖੀ ਭਾਵ ਗੁਰੂ ਤੇਗ ਬਹਾਦਰ ਜੀ ਬਾਹਰ ਨਿਕਲੇ। ਫਿਰ ਕੋਤਵਾਲੀ ਦੇ ਵੱਡੇ ਦਰਵਾਜ਼ੇ ਤੇ ਆ ਕੇ ਸੋਢੀ ਸ਼੍ਰੋਮਣੀ ਬਾਹਰ ਆ ਗਏ। ਹਜ਼ਾਰਾਂ ਲੋਕ ਇਸ ਘਟਨਾ ਬਾਰੇ ਸੁਣ ਕੇ ਆਏ ਤੇ ਸਾਰਿਆਂ ਨੂੰ ਵਰਜ ਕੇ ਦੂਰ ਕਰ ਦਿੱਤਾ। ਬਹੁਤ ਹਿੰਦੂ ਤੁਰਕ ਇਕੱਠੇ ਹੋਏ। ਸਾਰੇ ਬਾਜ਼ਾਰ ਵਿੱਚ ਖਲੋ ਕੇ ਹੈਰਾਨ ਹੋ ਰਹੇ ਸਨ। ਕੋਤਵਾਲੀ ਦੇ ਨੇੜੇ ਹੀ ਇੱਕ ਛੋਟਾ ਖੂਹ ਸੀ। ਗੁਰੂ ਜੀ ਉਸ ਸਥਾਨ ਤੇ ਗਏ। ਖੂਹੀ ਵਿੱਚੋਂ ਪਾਣੀ ਕੱਢ ਕੇ ਇਸ਼ਨਾਨ ਕੀਤਾ। ਫਿਰ ਗੁਰੂ ਜੀ ਸ਼੍ਰੀ ਜਪਜੀ ਸਾਹਿਬ ਦਾ ਪਾਠ ਕਰਨ ਲੱਗੇ। ਖੂਹੀ ਦੇ ਅੱਗੇ ਇੱਕ ਬ੍ਰਿਛ ਸੀ। ਉੱਥੇ ਉਹ ਬ੍ਰਿਛ ਦੇ ਅੱਗੇ ਬੈਠ ਗਏ। ਗੁਰੂ ਜੀ ਨੇ ਕਿਹਾ, ਜਦ ਅਸੀਂ ਸੀਸ ਨਿਵਾਈਏ ਤਦ ਸਾਡੇ ਵੱਲ ਵੇਖੋ। ਤੁਸੀਂ ਫਿਰ ਤਲਵਾਰ ਦਾ ਵਾਰ ਚਲਾਓ। ਤੁਸੀਂ ਫਿਰ ਤਲਵਾਰ ਦਾ ਵਾਰ ਚਲਾਣਾ। ਇਸ ਤਰ੍ਹਾਂ ਕਹਿ ਕੇ ਸਤਿਗੁਰੂ ਜੀ ਦਰਖਤ ਦੇ ਥੱਲੇ ਅਡੋਲ ਬੈਠੇ ਸ਼੍ਰੀ ਜਪਜੀ ਸਾਹਿਬ ਦਾ ਪਾਠ ਕਰਦੇ ਰਹੇ। ਮਗਰ ਸੁਦੀ ਪੰਜਵੀਂ ਪਛਾਣੋ ਤੇ ਵੀਰਵਾਰ ਦਾ ਤਦ ਦਿਨ ਜਾਣੋ। ਸੰਮਤ 1732 ਸੀ ਜਦ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਸ਼ਹੀਦੀ ਦਾ ਭਾਣਾ ਵਰਤਾਇਆ। ਗੁਰੂ ਜੀ ਨੇ ਆਪਣਾ ਸੀਸ ਦੇ ਦਿੱਤਾ, ਪਰ ਸਿਰੜ ਨਾ ਛੱਡਿਆ ਤੇ ਸਰਬ ਉੱਤਮ ਧਰਮ ਨੂੰ ਰੱਖ ਲਿਆ। ਜਦ ਇੱਕ ਘੜੀ ਦੁਪਹਿਰ ਢਲੀ ਤਾਂ ਸ਼੍ਰੀ ਜਪਜੀ ਸਾਹਿਬ ਦੇ ਪਾਠ ਨੂੰ ਪੂਰਾ ਕੀਤਾ। ਸ਼੍ਰੀ ਜਪਜੀ ਸਾਹਿਬ ਦਾ ਭੋਗ ਪਾ ਕੇ ਜਦ ਸਿਰ ਨਿਵਾਇਆ
ਤੇ ਫਿਰ ਉੱਪਰ ਵੱਲ ਜਦ ਚੁੱਕਿਆ, ਸੈਯਦ ਨੇ ਫਿਰ ਬਾਹਾਂ ਦਾ ਬਲ ਧਾਰ ਕੇ ਤਲਵਾਰ ਦਾ ਵਾਰ ਉਹਨਾਂ ਦੇ ਗਲ ਦੇ ਉੱਤੇ ਕੀਤਾ। ਤਲਵਾਰ ਚਲਾਈ, ਪਰ ਉਹ ਗੁਰੂ ਜੀ ਦੇ ਗਲ ਤੱਕ ਨਹੀਂ ਪਹੁੰਚੀ। ਗੁਰੂ ਜੀ ਦਾ ਸੀਸ ਧੜ ਤੋਂ ਪਹਿਲਾਂ ਹੀ ਉਤਰ ਗਿਆ। ਫੋਕਾ ਵਾਰ ਜਾਣ ਕਰਕੇ ਬਾਹਾਂ ਨੂੰ ਝਟਕਾ ਵੱਜਾ। ਤਲਵਾਰ ਗਲ ਨੂੰ ਲੱਗੀ ਹੀ ਨਹੀਂ ਸੀ। ਹਿਰਦੇ ਵਿੱਚ ਡਰ ਧਾਰਨ ਕੀਤਾ। ਅੰਤਰ ਧਿਆਨ ਹੋ ਕੇ ਸੀਸ ਉੱਡ ਗਿਆ। ਬਹੁਤ ਹਨੇਰੀ ਵੱਗੀ ਤੇ ਮਹਾਨ ਧੂੜ ਉੱਡੀ। ਸਾਰਿਆਂ ਦੇ ਨੈਣ ਇਸ ਤਰ੍ਹਾਂ ਬੰਦ ਹੋ ਗਏ ਕਿ ਕੁਝ ਵੀ ਦਿਖਾਈ ਨਹੀਂ ਸੀ ਦਿੰਦਾ। ਉਸ ਸਮੇਂ ਸਾਰਿਆਂ ਨੇ ਹਾਏ ਹਾਏ ਕੀਤਾ ਤੇ ਕਿਹਾ, ਬਾਦਸ਼ਾਹ ਨੇ ਬਹੁਤ ਵੱਡਾ ਅਪਰਾਧ ਕੀਤਾ ਹੈ। ਸਾਰਿਆਂ ਦੀਆਂ ਫਿਰ ਛਾਤੀਆਂ ਧੜਕ ਉੱਠੀਆਂ। ਨੌਰੰਗੇ ਨੂੰ ਆਪਣੇ ਹਿਰਦਿਆਂ ਵਿੱਚ ਵੱਡਾ ਪਾਪੀ ਸਮਝਿਆ। ਉਸ ਸਿੱਖ ਦੀ ਝੋਲੀ ਵਿੱਚ ਸੀਸ ਜਾ ਕੇ ਡਿੱਗ ਪਿਆ। ਉਸ ਡਰਦੇ ਹੋਏ ਨੇ ਸੀਸ ਨੂੰ ਚੰਗੀ ਤਰ੍ਹਾਂ ਲੁਕਾ ਲਿਆ। ਵਾਪਸ ਮੁੜ ਕੇ ਫਿਰ ਉਸਨੇ ਕਿਸੇ ਵੱਲ ਨਾ ਵੇਖਿਆ ਤੇ ਛੇਤੀ ਹੀ ਸਾਰੇ ਨਗਰ ਵਿੱਚੋਂ ਨਿਕਲ ਕੇ ਬਾਹਰ ਆ ਗਿਆ। ਜਿੰਨਾ ਵੀ ਸਰੀਰ ਵਿੱਚ ਬਲ ਤੇ ਵੇਗ ਸੀ, ਓਨੀ ਹੀ ਸ਼ਕਤੀ ਲਾ ਕੇ ਰਾਹੇ ਰਾਹ ਭੱਜ ਤੁਰਿਆ। ਦਿਨ ਰਾਤ ਉਹ ਚੱਲਦਾ ਰਿਹਾ ਤੇ ਕਿਸੇ ਥਾਂ ਵੀ ਵਿਸ਼ਰਾਮ ਨਹੀਂ ਕੀਤਾ ਤੇ ਗੁਰੂ ਗਰੀਬ ਨਿਵਾਜ ਦਾ ਸਿਮਰਨ ਕਰਦਾ ਜਾਂਦਾ ਸੀ ਤੇ ਕਹਿੰਦਾ ਸੀ, ਆਪਣੇ ਸੇਵਕਾਂ ਦੀ ਇਲਾਜ ਰੱਖੋ। ਜਦ ਸਿੱਖ ਨਗਰ ਵਿੱਚੋਂ ਬਾਹਰ ਨਿਕਲ ਗਿਆ ਤਾਂ ਵਗ ਰਹੀ ਹਨੇਰੀ ਬੰਦ ਹੋ ਗਈ। ਧਰਤੀ ਉੱਤੇ ਪਏ ਧੜ ਨੂੰ ਸਭ ਲੋਕਾਂ ਨੇ ਵੇਖਿਆ ਤੇ ਸੀਸ ਨੂੰ ਨਾ ਵੇਖ ਕੇ ਡਰ ਧਾਰਨ ਕੀਤਾ। ਸਾਧ ਸੰਗਤ ਜੀ, ਉਸ ਮਹਾਨ ਸਿੱਖ ਦਾ ਨਾਮ ਸੀ ਭਾਈ ਜੈਤਾ ਜੀ, ਜਿਹੜੇ ਗੁਰੂ ਜੀ ਦਾ ਸੀਸ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ 10ਵੇਂ ਪਾਤਸ਼ਾਹ ਕੋਲ ਆਏ ਸਨ। ਬ੍ਰਹਮਾ ਇੰਦਰ ਆਦਿ ਦੇਵਤੇ ਆਕਾਸ਼ ਵਿੱਚ ਆ ਕੇ ਛਾ ਗਏ। ਵੇਖ ਕੇ ਅਚਰਜਤਾ ਧਾਰਨ ਕਰਦੇ ਸਨ ਤੇ ਇਕੱਠੇ ਹੋ ਮਿਲ ਰਹੇ ਸਨ। ਸਿਰ ਦੇ ਕੇ ਹਿੰਦੂ ਧਰਮ ਨੂੰ ਬਚਾ ਲੈਣਗੇ ਤੇ ਤੁਰਕ ਰਾਜ ਦੀਆਂ ਜੜ੍ਹਾਂ ਉਖਾੜ ਦੇਣਗੇ। ਵੱਡਾ ਉਤਸ਼ਾਹ ਕਰਦੇ ਹੋਏ ਸਭ ਆਏ ਤੇ ਗੁਰੂ ਜੀ ਦੀ ਜੈ, ਗੁਰੂ ਜੀ ਦੀ ਜੈ ਮੁਖ ਤੋਂ ਕਹਿ ਰਹੇ ਸਨ। ਧੰਨ ਗੁਰੂ ਜੀ, ਤੁਹਾਡੇ ਵਰਗਾ ਐਸਾ ਕਾਰਜ ਹੋਰ ਕੋਈ ਕਰੇ, ਐਸਾ ਅੱਜ ਕੋਈ ਵਿਖਾਈ ਨਹੀਂ ਦਿੰਦਾ ਹੈ। ਹਿੰਦੂ ਧਰਮ ਨੂੰ ਤੁਸੀਂ ਬਚਾ ਲਿਆ ਹੈ। ਸਾਰੇ ਦੇਵਤਿਆਂ ਦੀ ਤੁਸੀਂ ਸਹਾਇਤਾ ਕੀਤੀ ਹੈ। ਜੇ ਜਗਤ ਵਿੱਚ ਹਿੰਦੂ ਨਾ ਰਹਿੰਦੇ ਤਾਂ ਦੇਵਤਿਆਂ ਵਾਸਤੇ ਹਵਨ ਕੌਣ ਕਰਦਾ? ਵਿਆਹ ਆਦਿ ਜਿਸ ਵਿੱਚ ਹਵਨ ਕਰਦੇ ਹਨ, ਉਹ ਭੋਜਨ ਸਾਡੇ ਮੁਖ ਵਿੱਚ ਪੈਂਦਾ ਹੈ। ਅਨੇਕਾਂ ਕਾਰਜਾਂ ਵਿੱਚ ਹਵਨ ਕਰਦੇ ਹਨ, ਉਹ ਸਾਰੇ ਦੇਵਤਿਆਂ ਨੂੰ ਤ੍ਰਿਪਤ ਕਰਦੇ ਹਨ। ਇਸ ਕਰਕੇ ਸਾਰੇ ਹਿੰਦੂ ਅਤੇ ਦੇਵਤੇ ਪ੍ਰਭੂ ਗੁਰਦੇਵ ਨੇ ਰੱਖ ਲਏ ਹਨ। ਸਾਰੇ ਦੇਵਤੇ ਇਸ ਤਰ੍ਹਾਂ ਆਪਸ ਵਿੱਚ ਕਹਿੰਦੇ ਸਨ ਤੇ ਗੁਰੂ ਜੀ ਵਾਸਤੇ ਬੜਾ ਸੁੰਦਰ ਵਿਵਾਨ ਉਸ ਸਮੇਂ ਲੈ ਕੇ ਆਏ। ਉਸ ਵਿਵਾਨ ਨੂੰ ਬਹੁਤ ਹੀਰੇ ਜਵਾਹਰ ਲੱਗੇ ਹੋਏ ਸਨ ਤੇ ਮੋਤੀਆਂ ਦੀਆਂ ਲੜੀਆਂ ਲੱਗੀਆਂ ਹੋਈਆਂ ਸਨ ਤੇ ਚਾਰੇ ਪਾਸੇ ਸੁੰਦਰ ਝਾਲਰਾਂ ਲਮਕ ਰਹੀਆਂ ਸਨ। ਆਕਾਸ਼ ਵਿੱਚ ਮਹਾਨ ਪ੍ਰਕਾਸ਼ ਹੋਇਆ, ਜਿਸ ਨੂੰ ਕਿਸੇ ਕਿਸੇ ਸ਼ੁੱਧ ਆਤਮਾ ਨੇ ਵੇਖਿਆ। ਗੁਰੂ ਜੀ ਵਿਵਾਨ ਵਿੱਚ ਚੜ੍ਹ ਕੇ ਬੈਠ ਗਏ ਤੇ ਵਿਵਾਨ ਦੇ ਚਾਰੇ ਪਾਸੇ ਦੇਵਤੇ ਹੋ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।